स्वागत है पीटीसी न्यूज़ ਵਿੱਚ ਸਾਰੇ ਦਰਸ਼ਕਾਂ ਦਾ ਤੇ ਮੈਂ ਹਰਪ੍ਰੀਤ ਸਿੰਘ ਖਾਸ ਪੇਸ਼ਕਸ਼ ਲੈ ਕੇ ਇੱਕ ਵਾਰ ਫਿਰ ਤੋਂ ਤੁਹਾਡੇ ਸਾਹਮਣੇ ਹਾਜ਼ਰ ਹਾਂ। ਅੱਜ ਅਸੀਂ ਗੱਲ ਕਰਾਂਗੇ ਦੇਸ਼ ਦੇ ਅੰਨ ਅਤੇ ਕਿਸਾਨ ਦੀ, ਜਿਸ ਨੂੰ ਹਰ ਰੋਜ਼ ਕਈ ਮੁਸ਼ਕਲਾਂ ਨਾਲ ਦੋ ਚਾਰ ਹੋਣਾ ਪੈਂਦਾ। ਕਦੇ ਕੁਦਰਤ ਦੀ ਮਾਰ, ਕਦੇ ਮੰਡੀਆਂ ਦੇ ਵਿੱਚ ਰੁਲਣਾ ਤੇ ਕਦੇ ਰੇਹਾਂ ਸਪਰੇਆਂ ਦੀ ਧੋਖੇਬਾਜ਼ੀ। ਜੀ ਹਾਂ, ਅੱਜ ਕੱਲ੍ਹ ਇੱਕ ਹੋਰ ਆਫਤ ਨੇ ਕਿਸਾਨ ਦਾ ਜੀਣਾ ਮੁਹਾਲ ਕੀਤਾ ਹੋਇਆ, ਖਾਸ ਤੌਰ ਤੇ ਪੰਜਾਬ ਦੇ ਵਿੱਚ, ਜਿੱਥੇ ਅੱਗ ਲੱਗਣ ਦੀਆਂ ਕਈ ਘਟਨਾਵਾਂ ਨੇ ਕਿਸਾਨਾਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ। सूबे भर के विचों खबर आंदियां ने कि खड़ी फसल नूं अग लग गई, जिस नाल ਲੱਖਾਂ रुपये का नुकसान हो गया। आखिरकार हर साल ये अग लगण ਦੀਆਂ घटनावां वापरदियां क्यों ने, कौन है जिम्मेवार ते की सावधानियां होणीਆਂ ਚਾਹੀਦੀਆਂ ने तां जो अग ना लगे। वेखदे हां साडी खास पेशकश आफत दी अग। हर साल की तरह इस साल भी ਵੱਖ-ਵੱਖ इलाकों तो खबर आ रही है कि सैकड़े एकड़ फसल किसानों की अग कारण बर्बाद हो गई। खड़ी फसल नूं अग लग जाती है ਤੇ ਸਭ ਕੁਝ ਸੜ ਕੇ ਸਵਾਹ ਹੋ ਜਾਂਦਾ। ਕਣਕ ਦੀ ਫਸਲ ਪੂਰੀ ਤਰ੍ਹਾਂ ਸੁੱਕ ਜਾਣ ਤੋਂ ਬਾਅਦ ਕਣਕ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਕਿਸਾਨਾਂ ਨੂੰ ਡੂੰਘਾ ਦਰਦ ਦਿੰਦੀਆਂ ਨੇ। ਅਪ੍ਰੈਲ, ਮਈ, ਜੂਨ ਦੇ ਮਹੀਨਿਆਂ ਦੇ ਵਿੱਚ ਕਿਸਾਨਾਂ ਨੂੰ ਹਰ ਸਾਲ ਸਹਿਣਾ ਪੈਂਦਾ ਹੈ। ਅੱਗ ਦੀ ਇਹ ਘਟਨਾਵਾਂ ਐਨੇ ਦਿਨੀ ਪੰਜਾਬ ਹੀ ਨਹੀਂ, ਦੇਸ਼ ਦੇ ਕਈ ਸੂਬਿਆਂ ਦੇ ਵਿੱਚ ਵਾਪਰ ਰਹੀਆਂ ਨੇ। ਗੱਲ ਪੰਜਾਬ ਦੀ ਕਰਦੇ ਹਾਂ, ਜਿੱਥੇ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਅੱਗ ਸੜ ਕੇ ਸੁਆਹ ਹੋ ਰਹੀ ਹੈ। ਅੱਗ ਦਾ ਸਭ ਤੋਂ ਵੱਡਾ ਕਹਿਰ ਦਿਖਿਆ ਨਾਭਾ ਵਿਖੇ। ਤੇਜ਼ ਹਨੇਰੀ ਨੇ ਨਾਭਾ ਦੇ ਕਈ ਪਿੰਡਾਂ ਦੇ ਵਿੱਚ ਕਹਿਰ ਬਰਪਾ ਦਿੱਤਾ। ਕਿਸਾਨਾਂ ਵੱਲੋਂ ਰਹਿੰਦ ਖੂੰਹਦ ਨੂੰ ਲਗਾਈ ਗਈ ਅੱਗ ਨੂੰ ਤੇਜ਼ ਹਨੇਰੀ ਨੇ ਦੂਰ ਦੂਰ ਤੱਕ ਫੈਲਾ ਦਿੱਤਾ। ਇਸ ਦੇ ਨਾਲ ਨਾਭਾ ਦੇ ਕਈ ਪਿੰਡ ਇਸ ਨੁਕਸਾਨ ਦੇ ਹੇਠਾਂ ਆ ਗਏ। ਅੱਗ ਨਾਲ ਤਾਂ ਦੋਦਾ ਪਿੰਡ ਵਿਖੇ 2 ਘਰ ਵੀ ਜਲ ਗਏ। ਇਸ ਤੋਂ ਇਲਾਵਾ ਕਈ ਪਸ਼ੂ ਅੱਗ ਦੀ ਚਪੇਟ ਵਿੱਚ ਮਾਰੇ ਗਏ। ਕਈ ਥਾਵਾਂ ਤੇ ਤੂੜੀ ਦੇ ਕੁੱਪ ਵੀ ਸੜ ਗਏ। ਲੋਕਾਂ ਮੁਤਾਬਿਕ 50% ਤੂੜੀ ਇਸ ਅੱਗ ਦੇ ਨਾਲ ਸੜ ਗਈ, ਜਿਸ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਡੰਗਰਾਂ ਦੇ ਚਾਰੇ ਵਿੱਚ ਵੀ ਭਾਰੀ ਦਿੱਕਤ ਆਏਗੀ। ਰਾਤ 6 ਵਜੇ ਸਾਡਾ ਜੀ ਗਵਾਂਢੀਆਂ ਨੇ ਅੱਗ ਲਾਈ। ਗਵਾਂਢੀਆਂ ਜਾ ਕੇ ਉਹਨਾਂ ਨੂੰ ਰੋਕੇ ਵੀ, ਰੋਕਣ ਦੇ ਬਾਅਦ ਨਹੀਂ ਉਹ ਰੁਕੇ। ਉਸ ਤੋਂ ਬਾਅਦ ਹੀ ਸਾਡਾ 200 ਵਿਗੇ ਨਾਲ ਤੇ 1 ਕਿੱਲੇ ਦਾ ਭਰੇ ਬੰਨੇ ਪਏ ਤੇ 4 ਕੁੱਪ ਤੇ 100 ਦਰਖਤ ਹੋ ਗਿਆ ਕਿਸੇ ਦਾ ਫਲ। ਕੀ ਮੰਗ ਕਰਦੇ? ਮੰਗ ਇਹ ਵੀ ਜਿਹੜਾ ਸਾਡਾ ਨੁਕਸਾਨ ਬੰਦੇ ਨੇ ਕਰਿਆ ਉਹਦਾ ਸਾਨੂੰ ਮਦਦ ਕੀਤੀ ਜਾਵੇ, ਜੋ ਮੈਂ ਕਿ ਮਤਲਬ ਜੋ ਵੀ ਹੈ। ਘੱਟੋ ਘੱਟ ਹੀ 1000 ਬੰਦਾ ਅਸੀਂ ਬੁਝਾਉਂਦਾ ਰਿਹਾ, ਪਰ ਅੱਗ ਫੇਰ ਵੀ ਕਾਬੂ ਨਾ ਆਈ। ਕਿੰਨਾ ਕੁ ਨੁਕਸਾਨ ਜੇ ਗੱਲ ਕਰੀਏ? ਨੁਕਸਾਨ ਤਾਂ ਜੀ 50% ਤੂੜੀ ਦਾ ਨੁਕਸਾਨ ਹੋ ਗਿਆ। ਕਿਸੇ ਦੀਆਂ ਪਾਥੀਆਂ ਮੱਚ ਗਈਆਂ, ਇੱਕ ਗਊ ਮੱਚ ਗਈ, ਐ ਕਾਫੀ ਨੁਕਸਾਨ ਹੋ ਗਿਆ ਜੀ। ਹੋਰ ਫਸਲਾਂ ਨੂੰ ਵੀ ਨੁਕਸਾਨ ਹੋਇਆ ਜਿਹੜੇ ਖੜੀਆਂ? ਹਾਂ, ਸੂਰਜਮੁਖੀ, ਹਰੇ ਚਾਰੇ ਸਾਰਿਆਂ ਨੂੰ ਛੇਕ ਲੱਗ ਗਿਆ ਜੀ। ਸਭ ਤੋਂ ਵੱਡਾ ਨੁਕਸਾਨ ਅੱਗ ਤੇ ਕਾਬੂ ਪਾ ਰਹੇ ਪਿੰਡ ਦੋਦਾ ਵਿਖੇ ਲਖਬੀਰ ਸਿੰਘ ਨਾਂ ਦੇ ਇੱਕ ਕਿਸਾਨ ਦਾ ਹੋਇਆ। ਇਹ ਵਿਅਕਤੀ ਇਸ ਅੱਗ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਝੁਲਸ ਗਿਆ। ਜ਼ਿਕਰਯੋਗ ਹੈ ਕਿ ਜਿਵੇਂ ਹੀ ਅੱਗ ਲੱਗਣ ਦੀਆਂ ਘਟਨਾਵਾਂ ਵਾਪਰਨੀਆਂ ਸ਼ੁਰੂ ਹੋ ਗਈਆਂ ਤਾਂ ਪਿੰਡ ਦੇ ਲੋਕਾਂ ਨੇ ਬਹੁਤ ਬਹਾਦਰੀ ਨਾਲ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ਾਂ ਵੀ ਸ਼ੁਰੂ ਕਰ ਦਿੱਤੀਆਂ, ਪਰ ਤੇਜ਼ ਹਨੇਰੀ ਨੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਮਿੱਟੀ ਦੇ ਵਿੱਚ ਮਿਲਾ ਦਿੱਤਾ ਤੇ ਵੱਡਾ ਨੁਕਸਾਨ ਕਿਸਾਨਾਂ ਦਾ ਹੋ ਗਿਆ। ਕਈ ਪਿੰਡਾਂ ਦੇ ਕਿਸਾਨ ਪੂਰੀ ਰਾਤ ਅੱਗ ਤੇ ਕਾਬੂ ਪਾਉਣ ਲਈ ਇੱਧਰ ਉੱਧਰ ਭੱਜਦੇ ਰਹੇ। ਲੋਕਾਂ ਮੁਤਾਬਿਕ ਅੱਗ ਦਾ ਦ੍ਰਿਸ਼ ਬਹੁਤ ਹੀ ਭਿਅੰਕਰ ਸੀ। ਅੱਗ ਦੀ ਹਨੇਰੀ ਹੀ ਚੌਪਾਸੇ ਨਜ਼ਰ ਆ ਰਹੀ ਸੀ। ਤੂੜੀ ਦਾ ਨੁਕਸਾਨ ਹੋਇਆ ਬਹੁਤ ਜ਼ਿਆਦਾ ਜੀ। ਕਾਫੀ ਲਾਂਗਾ ਪਿਆ ਸੀਗਾ ਇੱਥੇ ਨੇੜੇ ਤੇੜੇ ਵੀ। ਬਾਕੀ ਹਵਾ ਨਾਲ ਇੰਨੀ ਤੇਜ਼ ਅੱਗ ਆਈ ਆ, ਅਸੀਂ ਨੇ ਆਪ ਅੱਖਾਂ ਨਾਲ ਦੇਖੀ ਹੈ ਜੀ। ਕਿਸੇ ਤੋਂ ਉਸ ਟਾਈਮ ਲਾਈਟ ਵੀ ਨਹੀਂ ਤੀ ਹੈਗੀ, ਕਿਸੇ ਦੇ ਮੋਟਰ ਨਹੀਂ ਤੀ ਚੱਲਦੀ। ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ। ਇਹ ਬੂਟਾ ਸਿੰਘ ਆ ਜੀ ਆਪਣੇ, ਇਹਨਾਂ ਦੀ ਇੱਥੇ ਗਊ ਬੰਨੀ ਹੋਈ ਸੀਗੀ ਜੀ। ਕਾਫੀ ਬੰਦਿਆਂ ਨੇ ਅੱਗ ਦੇ ਵਿੱਚ ਘੁਸਣ ਦੀ ਕੋਸ਼ਿਸ਼ ਕੀਤੀ। ਗਊ ਵੀ ਖੋਲੀ ਨਹੀਂ ਗਈ ਜੀ, ਗਊ ਵੀ ਮੱਚ ਗਈ ਜੀ। ਪਿੰਡ ਤੱਕ ਨਹੀਂ ਕੋਈ ਪਹੁੰਚੀ। ਪਿੰਡ ਦਿਆਂ ਨੇ ਬਹੁਤ ਮਦਦ ਕੀਤੀ। ਇੱਥੇ ਜਨਰੇਟਰ ਲਾਏ, ਪਾਣੀ ਦਾ ਬਹੁਤ ਪ੍ਰਬੰਧ। 4-5 ਘੰਟੇ ਦੇ ਵਿੱਚ ਅਸੀਂ ਕੁਦਰਤ ਵੱਲੋਂ ਹਵਾ ਰੁਕ ਗਈ ਜੀ, ਕੁਛ ਪਾਣੀ ਦਾ ਹੋ ਗਿਆ, ਤਾਂ ਅਸੀਂ ਅੱਗ ਤੇ ਕੰਟਰੋਲ ਕੀਤਾ ਜੀ। ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਅਧਿਕਾਰੀਆਂ ਨੇ ਵੀ ਅੱਗ ਤੇ ਪਾਉਣ ਦੇ ਲਈ ਸਾਰੀ ਰਾਤ ਕੋਸ਼ਿਸ਼ਾਂ ਕੀਤੀਆਂ। ਹਲਕਾ ਇੰਚਾਰਜ ਨਾਭਾ ਵੱਲੋਂ ਵੀ ਰਾਤ ਨੂੰ ਅੱਗ ਬੁਝਾਉਣ ਦੇ ਲਈ ਕੋਸ਼ਿਸ਼ ਕਰਦੇ ਨਜ਼ਰ ਆਏ। ਪੀੜਿਤ ਲੋਕਾਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਸਰਕਾਰ ਵੱਲੋਂ ਨੁਕਸਾਨ ਦਾ ਪੂਰਾ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਅੱਗ ਕਾਫੀ ਫੈਲ ਗਈ, ਜਿਸ ਦੇ ਨਾਲ ਫਸਲਾਂ ਦਾ ਨੁਕਸਾਨ ਤਾਂ ਹੋਇਆ ਹੀ, ਨਾਲ ਹੀ ਕਈ ਡੰਗਰ ਝੁਲਸ ਗਏ। ਭਾਰੀ ਗਿਣਤੀ ਦੇ ਵਿੱਚ ਤੂੜੀ ਦੇ ਕੁੱਪ, ਕਣਕ ਦੀ ਖੜੀ ਫਸਲ, ਨਾੜ ਤੋਂ ਇਲਾਵਾ 2 ਘਰ ਪੂਰੀ ਤਰ੍ਹਾਂ ਦੇ ਨਾਲ ਸੜ ਗਏ। ਇੱਕ ਵਾਰਨਿੰਗ ਹੋਈ ਹੈ, ਬੱਚਾ ਸੀ ਕੋਈ, ਉਹਦੇ ਲਖਬੀਰ ਸਿੰਘ, ਉਹਨੂੰ ਅਸੀਂ ਨਾਲ ਦੀ ਨਾਲ ਪਹਿਲਾਂ ਆਪਣੇ ਸਿਵਲ ਹਸਪੀਟਲ ਭਜਾਇਆ, ਉੱਥੋਂ ਰੈਫਰ ਕਰ ਦਿੱਤਾ ਗਿਆ ਰਜਿੰਦਰਾ ਹਸਪੀਟਲ। 25 ਤੋਂ 35 ਦੇ ਦਰਮਿਆਨ % ਦੇ ਦਰਮਿਆਨ ਉਹਦੀ ਵਾਰਨਿੰਗ ਹੈ ਜੀ। ਦੂਸਰਾ ਨੁਕਸਾਨ ਹੋਇਆ ਨੌਰੇ ਇੱਕ ਗਾਂ ਨੂੰ ਜਲੀ ਹੈ, ਇੱਕ ਮੱਝ ਜਲੀ ਹੈ ਜੀ। ਬਾਕੀ ਅਸੀਂ ਪਿੰਡ ਪਟਵਾਰੀ ਨੂੰ ਕਿਹਾ, ਆਲੇ ਦੁਆਲੇ ਕਾਫੀ ਪਿੰਡਾਂ 'ਚ ਅੱਗ ਫੈਲੀ ਹੈ। ਅਸੀਂ ਮੌਕੇ 'ਤੇ ਫੀਲਡ ਕੰਟਰੋਲ ਨੂੰ ਭੇਜੇ ਹੋਏ ਨੇ।
ਜਿਹੜੇ ਸਾਨੂੰ ਇਨਫੋਰਮੇਸ਼ਨ ਦੇਣਗੇ ਵੀ ਕਿੰਨਾ ਕਿੰਨਾ ਨੁਕਸਾਨ ਕਿਹੜੇ ਪਿੰਡ ਵਿੱਚ ਹੋਇਆ। ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬਲਮਗੜ੍ਹ ਵਿਖੇ ਤੂੜੀ ਕੱਢਣ ਵਾਲੀ ਮਸ਼ੀਨ ਤੋਂ ਨਿਕਲਦੀ ਚਿੰਗਿਆੜੀ ਕਰਕੇ ਹੀ ਕਰੀਬ 40 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ। ਇਸ ਦੇ ਨਾਲ ਪਿੰਡ ਬਲਮਗੜ੍ਹ, ਰਾਮਗੜ੍ਹ, ਚੁੰਗਾ ਅਤੇ ਮੋੜ ਦੇ ਕਿਸਾਨਾਂ ਦਾ ਵੱਡਾ ਨੁਕਸਾਨ ਹੋਇਆ। ਕਿਸਾਨਾਂ ਮੁਤਾਬਿਕ ਤੂੜੀ ਵਾਲੀ ਮਸ਼ੀਨ ਤੋਂ ਨਿਕਲੀ ਚਿੰਗਿਆੜੀ ਕਰਕੇ ਅੱਗ ਲੱਗੀ ਤੇ ਛੋਟੇ ਕਿਸਾਨਾਂ ਦੀ ਤਾਂ ਪੂਰੀ ਦੀ ਪੂਰੀ ਫਸਲ ਸੜ ਕੇ ਸੁਆਹ ਹੋ ਗਈ ਤੇ ਮਸ਼ੀਨ ਚਲਾਉਣ ਵਾਲਾ ਕਰਿੰਦਾ ਮਸ਼ੀਨ ਛੱਡ ਕੇ ਫਰਾਰ ਹੋ ਗਿਆ। ਇੱਥੇ ਤੂੜੀ ਵਾਲੀ ਮਸ਼ੀਨ ਸੀਗੀ, ਤੂੜੀ ਵਾਲੀ ਮਸ਼ੀਨ ਬਣਾਉਂਦੀ ਫਿਰਦੀ ਸੀ, ਉਹਨਾਂ ਤੋਂ ਕੋਈ ਚਗਿਆੜਾ ਛੱਡਿਆ ਜੀ ਉਹਨੇ ਮਸ਼ੀਨ ਨੇ, ਉਦੋਂ ਇੱਥੋਂ ਇਹਦੇ ਵਿੱਚ ਵੜ ਗਈ ਜੀ। ਇੱਥੋਂ ਚਲਦੀ ਗਾਂਹ ਵੱਧਦੀ ਮੌੜ ਪਿੰਡ ਦਾ ਰਕਬਾ ਜੀ, ਬਾਰਮਗੜ੍ਹ ਪਿੰਡ ਦਾ ਜੀ ਤੇ ਰਾਮਗੜ੍ਹ ਦਾ, ਕੋਈ 36-37 ਏਕੜ ਕਣਕ ਸਾਰੀ ਸੜ ਕੇ ਸੁਆਹ ਹੋ ਗਈ। ਅਸੀਂ ਤਾਂ ਇਹੀ ਸਮਝਦੇ ਆ ਵੀ ਇਹ ਮਸ਼ੀਨ ਵਾਲਾ ਮੁੰਡਾ ਆਇਆ ਚ ਹੋਰ ਕੋਈ ਇੱਥੇ ਸਾਧਨ ਵੀ ਨਹੀਂ, ਨਾ ਕੁਝ ਬੰਦਾ ਸੀ, ਇਕੱਲੀ ਮਸ਼ੀਨ ਹੀ ਫਿਰਦੀ ਸੀਗੀ। ਜਦੋਂ ਮਸ਼ੀਨ ਮੌਕੇ ਤੇ ਆਈ ਆ, ਸ਼ਾਇਦ ਇੱਥੋਂ ਮਸ਼ੀਨ ਤੋਂ ਆ ਚਿੰਗਿਆੜਾ ਡਿੱਗਿਆ, ਮਸ਼ੀਨ ਵਾਲਾ ਮਸ਼ੀਨ ਛੱਡ ਕੇ ਭੱਜ ਗਿਆ। ਵੀ ਜੇ ਉਹ ਤੋਂ ਨਾ ਲੱਗੀ ਹੁੰਦੀ ਸ਼ਾਇਦ ਵੀ ਉਹਦਾ ਕਾਰਨ ਹੀ ਸਮਝਦੇ ਆ ਵੀ ਵੇਖਿਆ ਕਿਸੇ ਨੇ ਨਹੀਂਗਾ, ਪਰ ਉਹਦਾ ਭੱਜਣ ਦੇ ਕਾਰਨ ਕਰਕੇ ਹੀ ਲੋਕ ਇਹ ਸੋਚਦੇ ਵੀ ਮਸ਼ੀਨ ਤੋਂ ਅੱਗ ਲੱਗੀ ਆ। ਸੰਗਰੂਰ ਜ਼ਿਲ੍ਹੇ ਦੇ ਵੀ ਕਈ ਪਿੰਡਾਂ ਦੇ ਵਿੱਚ 200 ਤੋਂ ਵੱਧ ਏਕੜ ਫਸਲ ਅੱਗ ਨਾਲ ਸੜ ਕੇ ਸੁਆਹ ਹੋ ਗਈ। ਕਿਸਾਨਾਂ ਦਾ 70 ਲੱਖ ਤੋਂ ਵਧੇਰੇ ਦਾ ਨੁਕਸਾਨ ਹੋਇਆ। ਮਾਯੂਸ ਕਿਸਾਨਾਂ ਨੇ ਇੱਕਦਮ ਲੱਗੀ ਅੱਗ ਨੂੰ ਬਚਾਉਣ ਦੇ ਲਈ ਬਹੁਤ ਹੀਲੇ ਵਸੀਲੇ ਕੀਤੇ, ਜਿਸ ਦੇ ਨਾਲ ਉਹਨਾਂ ਦੇ ਹੱਥਾਂ ਪੈਰਾਂ ਨੂੰ ਵੀ ਅੱਗ ਦਾ ਸੇਕ ਲੱਗਿਆ, ਪਰ ਉਹਨਾਂ ਦੇ ਬੱਚਿਆਂ ਵਾਂਗ ਪਾਲੀ ਫਸਲ ਸੜ ਕੇ ਉਹਨਾਂ ਦੇ ਸਾਹਮਣੇ ਹੀ ਸੁਆਹ ਹੋ ਗਈ। ਸੈਂਕੜੇ ਏਕੜ ਜ਼ਮੀਨ ਜਿਹੜੀ ਕਣਕ ਹੈ ਅੱਗ ਲੱਗਣ ਨਾਲ ਬਰਬਾਦ ਹੋ ਗਈ। ਅਸੀਂ ਪ੍ਰਸ਼ਾਸਨ ਨੂੰ ਇਹ ਕਹਿਣਾ ਚਾਹੁੰਦੇ ਹਾਂ, ਜ਼ਿਮੀਂਦਾਰ ਪਹਿਲਾਂ ਹੀ ਬਹੁਤ ਬਰਬਾਦ ਹੋ ਚੁੱਕਿਆ ਹੈ, ਬਹੁਤ ਗਰੀਬ ਹੈ, ਤੇ ਇਸ ਨੂੰ ਵੱਧ ਤੋਂ ਵੱਧ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਕੋਈ ਜ਼ਿਮੀਂਦਾਰ ਸੁਸਾਇਡ ਨਾ ਕਰ ਜਾਵੇ, ਉਹਦੇ ਬੱਚੇ ਨਾ ਰੁਲਣ, ਤੇ ਪ੍ਰਸ਼ਾਸਨ ਨੂੰ ਜਲਦੀ ਤੋਂ ਜਲਦੀ ਇਹ ਸਾਨੂੰ ਮੁਆਵਜ਼ਾ ਦੇਣਾ ਚਾਹੀਦਾ ਹੈ। ਉੱਥੋਂ ਕਰੰਟ ਨਾਲ ਜੈਂਪਰ ਟੁੱਟ ਕੇ ਅੱਗ ਲੱਗ ਗਈ ਜੀ। ਹਾਂ ਜੀ, ਫਿਰ ਗਾਹਾਂ ਵੱਧਦੀ ਗਈ, ਗਾਹਾਂ ਰੋਕੀ ਬਥੇਰੀ ਰੁਕੀ ਨਹੀਂ, ਪੈਰ ਵੀ ਮੱਚੇ ਨੇ, ਹੱਥ ਵੀ ਮੱਚ ਗਏ। ਬਠਿੰਡੇ ਜ਼ਿਲ੍ਹੇ ਦੇ ਵਿੱਚ ਵੀ ਹੁਣ ਤੱਕ 275 ਤੋਂ ਵਧੇਰੇ ਏਕੜ ਕਣਕ ਦੀ ਫਸਲ ਅੱਗ ਕਰਕੇ ਰਾਖ ਹੋ ਚੁੱਕੀ ਹੈ। ਅੱਗ ਲੱਗਣ ਦੇ ਕਾਰਨ ਖੇਤਾਂ ਦੇ ਵਿੱਚ ਜਾ ਰਹੀ ਬਿਜਲੀ ਦੀ ਤਾਰਾਂ ਦੇ ਸ਼ਾਰਟ ਸਰਕਟ ਨੂੰ ਦੱਸਿਆ ਜਾ ਰਿਹਾ ਹੈ, ਪਰ ਲਗਾਤਾਰ ਖੇਤਾਂ ਦੇ ਵਿੱਚ ਲੱਗ ਰਹੀ ਅੱਗ ਤੇ ਕਾਬੂ ਪਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨਿਕ ਅਧਿਕਾਰੀ ਦਾਅਵੇ ਤਾਂ ਪੁਖਤਾ ਦੱਸ ਰਹੇ ਨੇ, ਪਰ ਕਿਸਾਨ ਇਸ ਤੋਂ ਸਹਿਮਤ ਨਹੀਂ। ਕਿਸਾਨ ਉਹਨਾਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਸਰਕਾਰ ਤੋਂ ਮੰਗ ਰਹੇ ਨੇ। ਪੰਜਾਬ ਦੇ ਵਿੱਚ ਕਿਸਾਨਾਂ ਦੀ ਕਣਕ ਦੀ ਫਸਲ ਜਿਹੜੀ ਲਗਾਤਾਰ ਅੱਗ ਦੀ ਲਪੇਟ ਦੇ ਵਿੱਚ ਆ ਰਹੀ ਹੈ ਤੇ ਕਿਸਾਨਾਂ ਨੂੰ ਬੜੀ ਹੀ ਮੁਸ਼ਕਲਾਂ ਦਾ ਇਹ ਸਾਹਮਣਾ ਕਰਨਾ ਪੈ ਰਿਹਾ ਹੈ। ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈਗਾ। ਇਹ ਸ਼ਾਰਟ ਸਰਕਟ ਸਰ ਉਹ ਬਿਜਲੀ ਦੀਆਂ ਤਾਰਾਂ ਤੋਂ ਲੱਗੀ ਹੈਗੀ, ਜਿਹੜੀ ਪਿੰਡ ਦੀ ਸਪਲਾਈ ਹੈਗੀ ਉੱਥੋਂ ਲੱਗੀ। ਤੁਸੀਂ ਕੀ ਸਮਝਦੇ ਵੀ ਇਹ ਤਾਰਾਂ ਪਹਿਲਾਂ ਕੱਸਣੀਆਂ ਚਾਹੀਦੀਆਂ ਸੀ, ਠੀਕ ਮੁਰੰਮਤ ਹੋਣੀ ਚਾਹੀਦੀ? ਪਹਿਲਾਂ ਸਾਰੇ ਬੰਦ ਰਹਿੰਦੀ ਸੀਗੀ, ਦਿਨ ਦੇ ਸਮੇਂ ਜਿਹੜੀ ਪਿੰਡਾਂ ਦੀ ਸਪਲਾਈ ਸੀਗੀ ਬੰਦ ਸੀ, 2-3 ਦਿਨਾਂ ਤੋਂ ਚੱਲੀ ਹੈਗੀ। ਇਹ ਅਕਸਰ ਇਸ ਤਰ੍ਹਾਂ ਦੇ ਮਾੜਾ ਮੋਟਾ ਆ ਜਾਂਦਾ ਹੈਗਾ, ਪਰ ਫਿਰ ਵੀ ਉੱਥੇ ਪ੍ਰਸ਼ਾਸਨ ਦਾ ਧਿਆਨ ਹੁੰਦਾ ਤਾਂ ਰੋਕ ਸਕਦੇ ਸੀਗੇ। ਇਹ ਹੁਣ ਜਿਹੜੀ ਅੱਗ ਲੱਗੀ ਹੈਗੀ, ਹੁਣ ਤੁਸੀਂ ਬੁਝਾ ਵੀ ਰਹੇ ਹੈਗੇ, ਤੇ ਕਿੰਨਾ ਕੁ ਨੁਕਸਾਨ ਹੋ ਚੁੱਕਿਆ? ਇੱਥੇ ਦੇਖ ਲਓ ਜੀ ਤੁਸੀਂ, ਲਗਭਗ 40-50 ਕਿੱਲਿਆਂ ਦਾ ਤਾਂ ਨੁਕਸਾਨ ਹੈਗਾ। ਹਜੇ ਵੀ ਅੱਗ ਉਧਰ ਚੱਲ ਰਹੀ ਹੈ, ਪਿੱਛੇ ਵੀ ਚੱਲ ਰਹੀ ਹੈਗੀ, ਹਜੇ ਪੂਰੀ ਤਰ੍ਹਾਂ ਦਾ ਕਾਬੂ ਹੋਈ ਨਹੀਂ ਹੈਗੀ। ਕਿੰਨਾ ਵੀ ਨੁਕਸਾਨ ਹੋ ਸਕਦਾ ਹੈਗਾ, ਜਿੰਨਾ ਦੇ ਅੱਗ ਤੇ ਪੂਰੀ ਤਰ੍ਹਾਂ ਕਾਬੂ ਨਹੀਂ ਹੋ ਸਕਦਾ। ਅਜੇ ਤਾਂ ਜੀ ਸਾਡੇ ਹਰਸਿਮਰਤ ਕੌਰ ਆਈ ਸੀਗੀ ਜੀ, ਲੋਕਾਂ ਦਾ ਕੁਦਰਤੀ ਇਕੱਠ ਸੀਗਾ, ਸਾਡੇ ਇਹਦੇ ਬੰਨੇ ਸੀ। ਐਂ ਤਾਂ ਸਾਡੇ ਪਤਾ ਨਹੀਂ 5 ਪਿੰਡ ਕੇ 4 ਪਿੰਡ ਹੀ ਤਬਾਹ ਹੋ ਜਾਂਦੇ। ਇਹ ਤਾਂ ਕੁਦਰਤੀ ਸਾਡੇ ਇਕੱਠ ਸੀਗਾ ਪਿੰਡ ਦੇ ਵਿੱਚ, ਤੇ ਇੰਨੇ ਭੱਜ ਕੇ ਆ ਗਏ ਇੱਕਦਮ ਹੀ। ਕਿੰਨੀ ਕੁ ਮੁਸ਼ਕਲ ਆਈ ਹੈਗੀ ਅੱਗ ਬੁਝਾਉਣ ਚ? ਤਾਂ ਹੁਣ ਤੁਹਾਡੇ ਸਾਹਮਣੇ ਹੈ ਜੀ, ਸਾਰੇ ਤਾਂ ਕੀ ਹਾਲ ਹੋਇਆ ਪਿਆ ਸਾਡਾ, ਸਾਰਿਆਂ ਦੇ ਹੱਥਾਂ 'ਚ ਡਾੜਿਆ, ਤੁਹਾਡੇ ਸਾਹਮਣੇ ਸਾਰੀ ਤਬਾਹ ਹੋ ਗਈ। ਪਿਛਲੇ 5-6 ਦਿਨ ਤਾकि ਕਿਉਂਕਿ ਕਣਕਾਂ ਦੀ ਫਸਲ ਬਿਲਕੁਲ ਤਿਆਰ ਪਈ ਸੀ, ਅਕਸਰ ਇਹੋ ਜਿਹੇ ਵਾਰਦਾਤਾਂ ਹੁੰਦੀਆਂ ਨੇ ਜਿੱਥੇ ਬਿਜਲੀ ਦੀ ਤਾਰਾਂ ਕਰਕੇ ਫਸਲ ਦਾ ਨੁਕਸਾਨ ਹੋ ਜਾਂਦਾ ਹੈ। 4-5 ਦਿਨ ਇਸ ਕਰਕੇ ਬਿਜਲੀ ਨੂੰ ਬੰਦ ਰੱਖਿਆ ਸੀ ਕਿ ਇਹੋ ਜਿਹੀ ਵਾਰਦਾਤ ਨਾ ਹੋ, ਜਦੋਂ ਤੱਕ ਪੂਰਾ ਪ੍ਰੈਸ਼ਰ ਇਹ ਕਣਕਾਂ ਦਾ ਨਹੀਂ ਨਿਕਲ ਜਾਂਦਾ, ਮੰਡੀਆਂ ਤੇ ਨਹੀਂ ਪਹੁੰਚ ਜਾਂਦੀ। ਲੇਕਿਨ ਬਹੁਤ ਜ਼ਿਆਦਾ ਇੰਨੀ ਗਰਮੀ 'ਚ ਬਿਜਲੀ ਬੰਦ ਰੱਖਣੀ ਵੀ ਔਖੀ ਹੈ। ਸੋ ਇਹੋ ਜਿਹੀ ਚੀਜ਼ਾਂ ਹੁੰਦੀਆਂ ਨੇ, ਇਹਦੀ ਪੂਰੀ ਫਾਇਰੀ ਕੀਤੀ ਜਾਊਗੀ। ਬੜੀ ਦੁੱਖ ਦੀ ਗੱਲ ਹੈ ਤੇ ਇਹਨੂੰ ਕੰਟਰੋਲ ਜਲਦ ਤੋਂ ਜਲਦ ਕੀਤਾ ਜਾਊ। ਉਹ ਤਾਂ ਮੁਆਵਜ਼ਾ ਤਾਂ ਬਣਦਾ ਹੱਕ ਜ਼ਰੂਰ ਦਿੱਤਾ ਜਾਊਗਾ। ਜਿਸ ਤਰ੍ਹਾਂ ਇਹ ਕਿਸਾਨਾਂ ਦਾ ਮੰਨਣਾ ਹੈਗਾ ਕਿ ਜਿਹੜੀ ਲਗਾਤਾਰ ਜਿਹੜੀ ਕਣਕ ਦੀ ਫਸਲ ਨੂੰ ਅੱਗ ਲੱਗ ਰਹੀ ਹੈਗੀ, ਉਹ ਬਿਜਲੀ ਵਿਭਾਗ ਦੀ ਲਾਪਰਵਾਹੀ ਹੈਗੀ, ਤੇ ਇਸ ਮਾਮਲੇ ਦੇ ਵਿੱਚ ਜਿਹੜੇ ਇਹ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਜਾਂਚ ਕਰਨ ਦੀ ਇਹ ਮੰਗ ਕੀਤੀ ਹੈਗੀ, ਤੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਕਿਸੇ ਦੀ ਵੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ, ਤੇ ਜਿਹੜਾ ਇਹ ਕਿਸਾਨਾਂ ਦਾ ਨੁਕਸਾਨ ਹੋ ਰਿਹਾ ਹੈਗਾ, ਕਣਕ ਨੂੰ ਜਿਹੜੀ ਅੱਗ ਲੱਗ ਰਹੀ ਹੈਗੀ, ਉਹਦਾ ਸਰਕਾਰ ਮੁਆਵਜ਼ਾ ਜ਼ਰੂਰ ਦੇਵੇਗੀ। ਮਲੇਰਕੋਟਲਾ ਦੇ ਵਿੱਚ ਵੀ ਦਰਜਨਾਂ ਪਿੰਡਾਂ ਦੇ ਖੇਤਾਂ ਦੇ ਵਿੱਚ ਅੱਗ ਲੱਗ ਗਈ ਹੈ, ਜਿਸ ਨਾਲ ਕਿਸਾਨਾਂ ਨੂੰ ਖਾਸਾ ਨੁਕਸਾਨ ਸਹਿਣਾ ਪੈ ਰਿਹਾ ਹੈ। ਇਹੀ ਨਹੀਂ, ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਕਿਸਾਨਾਂ ਦੀ ਤਕਰੀਬਨ 100 ਏਕੜ ਤੋਂ ਵਧੇਰੇ ਫਸਲ ਸੜ ਕੇ ਸੁਆਹ ਹੋ ਗਈ ਹੈ।
ਕਣਕ ਨੂੰ ਅੱਗ ਬਿਜਲੀ ਦੀਆਂ ਤਾਰਾਂ ਦੀ ਚਿੰਗਿਆੜੀ ਤੋਂ ਲੱਗਣ ਦੀ ਗੱਲ ਕਿਸਾਨ ਕਰ ਰਹੇ ਨੇ ਤੇ ਇਸ ਅੱਗ ਨੂੰ ਬੁਝਾਉਣ ਦੇ ਲਈ ਲੱਗੇ ਕਿਸਾਨ ਆਪ ਵੀ ਜ਼ਖਮੀ ਹੋ ਗਏ। ਕਈ ਕਿਸਾਨਾਂ ਦੇ ਹੱਥ ਪੈਰ ਪੂਰੀ ਤਰ੍ਹਾਂ ਦੇ ਨਾਲ ਝੁਲਸ ਗਏ ਨੇ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਕਈ ਘੰਟਿਆਂ ਬਾਅਦ ਅੱਗ ਤੇ ਕਾਬੂ ਪਾਇਆ ਤੇ ਜੇਕਰ ਇਹ ਕਾਬੂ ਪਾਉਣ ਦੇ ਵਿੱਚ ਥੋੜੀ ਜਿਹੀ ਵੀ ਦੇਰ ਹੋਰ ਹੋ ਜਾਂਦੀ ਤਾਂ ਨੁਕਸਾਨ ਵੱਡਾ ਸੀ। ਜਿਹੜੀ ਲਾਈਟ ਸਟਾਰਟਿੰਗ ਸਪਾਰਕਿੰਗ ਤੋਂ ਹੋਈ ਆ ਬਿਜਲੀ ਦੇ 24 ਘੰਟੇ ਸਪਲਾਈ ਚੱਲ ਰਹੀ ਸੀ ਵੀ ਉਸ ਹਿਸਾਬ ਨਾਲ ਜੋ ਲਾਈਟ ਹਵਾ ਚੱਲਦੀ ਤੇ ਉਹ ਚਾਰੇ ਪਾਸੇ ਨੂੰ ਅੱਗ ਫੈਲ ਗਈ, ਕੰਟਰੋਲ ਨਾ ਹੋਈ। ਸਾਰੇ ਜ਼ਿਮੀਂਦਾਰ ਦਾ ਜਿਹਦੀ ਆਪਦੇ ਪਰਿਵਾਰ ਦੀ ਉਹੀ ਕੋਲ ਦਾਣਾ ਪਾਣੀ ਖਾਣ ਵਾਲਾ ਸੀ ਸਿਰਫ, ਉਦੋਂ ਉਹਨਾਂ ਕੋਲੇ ਕੁਝ ਵੀ ਤੂੜੀ ਨਾ ਕਣਕ ਮੁੱਲ ਲੈਣ ਤੱਕ ਆਪਦਾ ਸੀਮਿਤ ਹੋ ਚੁੱਕੇ ਨੇ। ਦੇ ਵਿੱਚ ਹੁਣ ਕਿ ਨਾੜ ਦੀ ਤੂੜੀ ਵੀ ਨਹੀਂ ਬਣ ਸਕਦੀ, ਨਾੜ ਵੀ ਜਲ ਚੁੱਕਿਆ ਤੇ ਬਾਕੀ ਅਨਾਜ ਤਾਂ ਜਲ ਹੀ ਜਲ ਚੁੱਕਿਆ ਤੇ ਡੰਗਰਾਂ ਨੂੰ ਤੂੜੀ ਵੀ ਨਹੀਂ ਬਚ ਸਕੀ ਕਿ ਜਿਹੜੀ ਕਿਸਾਨ ਆਪਣੇ ਡੰਗਰਾਂ ਨੂੰ ਪਾ ਸਕਣ। ਤਾਂ ਇਹੀ ਬੇਨਤੀ ਕਰਾਂਗਾ ਗਵਰਨਮੈਂਟ ਨੂੰ ਵੀ, ਬਾਕੀ ਗਵਰਨਮੈਂਟੀ ਮੁਲਾਜ਼ਮਾਂ ਨੂੰ ਵੀ ਇਹਨਾਂ ਕਿਸਾਨਾਂ ਦਾ ਜਿੰਨੀ ਵੀ ਹੈਲਪ ਕਰ ਸਕਦੇ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤੇ ਇਹਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਆਮ ਤੌਰ ਤੇ ਅੱਗ ਲੱਗਣ ਦੀਆਂ ਘਟਨਾਵਾਂ ਦੇ ਕੁਝ ਖਾਸ ਕਾਰਨ ਨੇ। ਪਹਿਲਾ ਕਾਰਨ ਸਰਕਾਰ ਵੱਲੋਂ ਬੈਨ ਲਗਾਇਆ ਗਿਆ ਕਿ ਕਣਕ ਵੱਢਣ ਤੋਂ ਬਾਅਦ ਜੋ ਨਾੜ ਬਚ ਜਾਂਦੀ ਹੈ ਉਸ ਨੂੰ ਤੁਸੀਂ ਅੱਗ ਨਹੀਂ ਲਗਾ ਸਕਦੇ, ਪਰ ਇਸ ਦੇ ਬਾਵਜੂਦ ਕਿਸਾਨ ਇਸ ਨੂੰ ਅੱਗ ਲਗਾ ਦਿੰਦੇ ਨੇ, ਜਿਸ ਕਾਰਨ ਨਾਲ ਦੇ ਖੇਤਾਂ ਦੇ ਵਿੱਚ ਖੜੀ ਹੋਈ ਫਸਲ ਨੂੰ ਅੱਗ ਲੱਗ ਜਾਂਦੀ ਹੈ ਤੇ ਆਮ ਤੌਰ ਤੇ ਇਹ ਘਟਨਾਵਾਂ ਵਾਪਰ ਜਾਂਦੀਆਂ ਨੇ। ਦੂਜਾ, ਖੇਤਾਂ ਦੇ ਉੱਤੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਕਈ ਵਾਰ ਉਹ ਢਿੱਲੀਆਂ ਹੁੰਦੀਆਂ ਨੇ ਤੇ ਹਨੇਰੀ ਕਾਰਨ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ, ਸਪਾਰਕਿੰਗ ਹੋਣ ਦੇ ਕਾਰਨ ਉੱਥੇ ਅੱਗ ਲੱਗ ਜਾਂਦੀ ਹੈ। ਤੇ ਤੀਜਾ, ਕਈ ਥਾਵਾਂ ਦੇ ਉੱਤੇ ਫਾਇਰ ਬ੍ਰਿਗੇਡ ਨਹੀਂ ਪਹੁੰਚ ਪਾਉਂਦੀ, ਜਿਸ ਕਾਰਨ ਨੁਕਸਾਨ ਵੱਡਾ ਹੋ ਜਾਂਦਾ ਹੈ। ਬੱਚਿਆਂ ਵਾਂਗ ਕਿਸਾਨਾਂ ਦੀ ਫਾਲੀ ਗਈ ਫਸਲ ਨੂੰ ਜਦ ਅੱਗ ਸਾੜ ਦਿੰਦੀ ਹੈ ਤਾਂ ਉਸ ਕਿਸਾਨ ਤੇ ਕੀ ਬੀਤੀ ਹੋਏਗੀ, ਇਹ ਕਿਸਾਨ ਨੇ ਨਹੀਂ ਹਰ ਉਹ ਮਿਹਨਤਕਸ਼ ਇਨਸਾਨ ਜਾਣਦਾ ਹੈ ਜੋ ਪੂਰਾ ਸਮਾਂ ਇਸ ਗੱਲ ਦੀ ਉਡੀਕ ਕਰਦਾ ਹੈ ਕਿ ਉਸ ਦੀ ਕੀਤੀ ਮਿਹਨਤ ਹੁਣ ਉਸ ਨੂੰ ਫਲ ਦੇਗੀ। ਗਰਮੀਆਂ ਦੇ ਵਿੱਚ ਲੱਗਦੀ ਇਸ ਅੱਗ ਨਾਲ ਕਿਸਾਨਾਂ ਦੀ ਫਸਲ ਤਾਂ ਤਬਾਹ ਹੁੰਦੀ ਹੀ ਹੈ, ਨਾਲ ਹੀ ਘਰਾਂ ਦੇ ਘਰ ਵੀ ਇਸ ਅੱਗ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ। ਜੇਕਰ ਕਾਰਨਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਕਾਰਨਾਂ ਨੂੰ ਲੈ ਕੇ ਕੁਝ ਵੀ ਸੁਨਿਸ਼ਚਿਤ ਨਹੀਂ। ਕਿਤੇ ਤਾਂ ਬਿਜਲੀ ਦੀ ਢਿੱਲੀ ਤਾਰਾਂ ਦਾ ਲਟਕਣਾ, ਕਿਤੇ ਕਿਸਾਨਾਂ ਵੱਲੋਂ ਰਹਿੰਦ ਖੂੰਹਦ ਨੂੰ ਖੁਦ ਹੀ ਸਾੜਨਾ, ਕਿਤੇ ਰਾਹਗੀਰਾਂ ਵੱਲੋਂ ਬੀੜੀ ਸਿਗਰਟ ਪੀ ਕੇ ਸੁੱਟ ਦੇਣਾ, ਕਿਤੇ ਖਾਣਾ ਪਕਾਉਂਦੇ ਸਮੇਂ ਅੱਗ ਦਾ ਕੋਈ ਚਿੰਗਿਆੜਾ ਹਵਾ ਨਾਲ ਇੱਧਰ-ਉੱਧਰ ਹੋਣਾ। ਇਹੀ ਮੁੱਖ ਕਾਰਨ ਹਨ ਜਿਨ੍ਹਾਂ ਕਰਕੇ ਅੱਗ ਫੈਲ ਜਾਂਦੀ ਹੈ। ਪਰ ਇਹਨਾਂ ਕਾਰਨਾਂ ਉੱਤੇ ਸਭ ਤੋਂ ਵੱਡਾ ਕਾਰਨ ਹੈ ਮੌਸਮ ਦਾ। ਜੇ ਛੋਟੀ ਜਿਹੀ ਚਿੰਗਿਆੜੀ ਹਵਾ ਨਾਲ ਉੱਡ ਕੇ ਇੱਧਰ-ਉੱਧਰ ਜਾਂਦੀ ਹੈ ਤਾਂ ਭਖਦੀ ਧੁੱਪ ਉਸ ਨੂੰ ਹੋਰ ਭਖਾ ਦਿੰਦੀ ਹੈ ਤੇ ਇਹ ਕਾਰਨ ਮਿਲ ਕੇ ਹੀ ਜੰਗਲ ਦੇ ਜੰਗਲ, ਪਿੰਡ ਦੇ ਪਿੰਡ ਤੇ ਫਸਲਾਂ ਦੇ ਫਸਲਾਂ ਬਰਬਾਦ ਕਰ ਦਿੰਦੀਆਂ ਨੇ। ਇਹ ਗੱਲ ਤਾਂ ਸਾਫ਼ ਹੈ ਕਿ ਮਨੁੱਖੀ ਅਣਗਹਿਲੀਆਂ ਹੀ ਇਸ ਕਹਿਰ ਦੇ ਲਈ ਜ਼ਿੰਮੇਵਾਰ ਨੇ। ਫਿਰ ਚਾਹੇ ਉਹ ਬਿਜਲੀ ਮਹਿਕਮੇ ਦੀ ਲਾਪਰਵਾਹੀ ਹੋਵੇ, ਕਿਸਾਨਾਂ ਦਾ ਸ਼ਾਰਟਕਟ ਰਸਤਾ ਹੋਵੇ, ਰਾਹਗੀਰਾਂ ਦੀ ਅਗਿਆਨਤਾ ਹੋਵੇ, ਇਹੀ ਕਾਰਨ ਹਨ ਜੋ ਮੁੱਖ ਤੌਰ ਤੇ ਕਿਸਾਨਾਂ ਦੀ ਫਸਲਾਂ ਨੂੰ ਬਰਬਾਦ ਕਰ ਰਹੇ ਨੇ। ਨਿਜਾਤ ਤਾਂ ਇਸ ਤੋਂ ਮੁਕੰਮਲ ਉਦੋਂ ਹੀ ਮਿਲੇਗੀ ਜਦ ਅਸੀਂ ਆਪ ਜਾਗਰੂਕ ਹੋਵਾਂਗੇ। ਸਰਕਾਰਾਂ ਵੱਲੋਂ ਹਰ ਸਾਲ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਸਾਨਾਂ ਨੂੰ ਇਹ ਤਾਕੀਦ ਵੀ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਰਹਿੰਦ ਖੂੰਹਦ ਨੂੰ ਖੇਤਾਂ ਦੇ ਵਿੱਚ ਨਾ ਸਾੜਨ। ਇਹਨਾਂ ਦਿਨੀ ਬਿਜਲੀ ਮਹਿਕਮੇ ਨੂੰ ਵੀ ਸਖਤ ਹਦਾਇਤਾਂ ਹੁੰਦੀਆਂ ਨੇ ਕਿ ਕਿਤੇ ਵੀ ਕੋਈ ਢਿੱਲੀ ਤਾਰ ਹੈ ਤੇ ਉਸ ਨੂੰ ਠੀਕ ਕੀਤਾ ਜਾਏ। ਪਰ ਅਸੀਂ ਸਾਰੇ ਇਹਨਾਂ ਹਦਾਇਤਾਂ ਨੂੰ ਕਿਵੇਂ ਲੈਂਦੇ ਹਾਂ, ਇਹ ਤਾਂ ਸਾਫ਼ ਦਿਖ ਹੀ ਰਿਹਾ ਹੈ ਜਿਸ ਤਰ੍ਹਾਂ ਦੇ ਨਾਲ ਹਰ ਸਾਲ ਪੰਜਾਬ ਹੀ ਨਹੀਂ ਦੇਸ਼ ਭਰ ਦੇ ਵਿੱਚ ਅੱਗ ਦੀਆਂ ਇਹ ਘਟਨਾਵਾਂ ਵੱਧਦੀਆਂ ਜਾ ਰਹੀਆਂ ਨੇ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕ ਰਹੇ ਹਾਂ, ਬ੍ਰੇਕ ਤੋਂ ਬਾਅਦ ਜਲਦ ਹਾਜ਼ਰ ਹੋਣੇ। ਜਦੋਂ ਵੀ ਕਿਸੇ ਖੇਤ ਦੇ ਵਿੱਚ ਅੱਗ ਲੱਗਦੀ ਹੈ ਤਾਂ ਸਾਰਿਆਂ ਦਾ ਧਿਆਨ ਸਭ ਤੋਂ ਪਹਿਲਾਂ ਫਾਇਰ ਬ੍ਰਿਗੇਡ ਵੱਲ ਜਾਂਦਾ ਹੈ। ਫਾਇਰ ਬ੍ਰਿਗੇਡ ਦੀਆਂ ਕੀ ਜ਼ਿੰਮੇਵਾਰੀਆਂ ਹੁੰਦੀਆਂ ਨੇ, ਕਿਸ ਤਰ੍ਹਾਂ ਕੰਮ ਕੀਤਾ ਜਾਂਦਾ ਹੈ ਔਰ ਖਾਸ ਤੌਰ ਤੇ ਵਾਢੀ ਦੇ ਸੀਜ਼ਨ ਦੌਰਾਨ ਕੀ ਸਾਵਧਾਨੀਆਂ ਫਾਇਰ ਬ੍ਰਿਗੇਡ ਵੱਲੋਂ ਵਰਤੀਆਂ ਜਾਂਦੀਆਂ ਨੇ, ਵੇਖਦੇ ਹਾਂ ਇੱਕ ਖਾਸ ਰਿਪੋਰਟ ਦੇ ਵਿੱਚ। ਗਰਮੀ ਦੀ ਆਮਦ ਦੇ ਮੱਦੇਨਜ਼ਰ ਆਏ ਦਿਨ ਜੋ ਘਟਨਾਵਾਂ ਨੇ ਅਗਜ਼ਨੀ ਦੀਆਂ ਉਹ ਵਧਦੀਆਂ ਜਾ ਰਹੀਆਂ ਨੇ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕਿਸ ਤਰ੍ਹਾਂ ਦੇ ਪ੍ਰਬੰਧ ਫਾਇਰ ਵਿਭਾਗ ਦੇ ਵੱਲੋਂ ਕੀਤੇ ਗਏ ਨੇ, ਕਿੱਦਾਂ ਉਹ ਡੀਲ ਕਰਦੇ ਨੇ ਜਦੋਂ ਉਹਨਾਂ ਦਾ ਸਾਹਮਣਾ ਹੁੰਦਾ ਹੈ ਪਤਲੀਆਂ ਗਲੀਆਂ ਦੇ ਵਿੱਚ ਜਿੱਥੇ ਪਹੁੰਚ ਨਹੀਂ ਸਕਦੀਆਂ ਗੱਡੀਆਂ, ਕਿੱਦਾਂ ਦੀਆਂ ਮੁਸ਼ਕਿਲਾਤਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਤੇ ਕਿੱਦਾਂ ਦੀ ਇਕਵਿਪਮੈਂਟ ਦੇ ਨਾਲ ਉਹ ਲੈਸ ਹੈ। ਇਸ ਸੰਬੰਧੀ ਖਾਸ ਗੱਲਬਾਤ ਕਰਨ ਦੇ ਲਈ ਅੱਜ ਅਸੀਂ ਜਾਇਜ਼ਾ ਲੈਣ ਦੇ ਲਈ ਪਹੁੰਚੇ ਹਾਂ ਟਾਊਨ ਹਾਲ ਅੰਮ੍ਰਿਤਸਰ ਦੇ ਫਾਇਰ ਸਟੇਸ਼ਨ ਦੇ ਵਿੱਚ, ਜਿੱਥੇ ਸਾਡੇ ਨਾਲ ਇਸ ਵੇਲੇ ਜੋ ADFO ਸਾਹਿਬ ਕਸ਼ਮੀਰ ਸਿੰਘ ਜੀ ਮੌਜੂਦ ਨੇ। ਸਰ, ਪਹਿਲਾਂ ਤਾਂ ਇਹ ਜਾਣਨਾ ਚਾਹਾਂਗੇ ਕਿ ਅੰਮ੍ਰਿਤਸਰ ਦੇ ਵਿੱਚ ਕਿੰਨੇ ਫਾਇਰ ਸਟੇਸ਼ਨ ਨੇ ਜੋ 9 ਵਿਧਾਨ ਸਭਾ ਹਲਕਿਆਂ ਨੂੰ ਕਵਰ ਕਰ ਰਹੇ ਨੇ? ਅੰਮ੍ਰਿਤਸਰ ਵਿੱਚ ਇਸ ਵੇਲੇ 11 ਫਾਇਰ ਟੈਂਡਰ ਛੋਟੇ ਵੱਡੇ ਹਨ ਜਿਹੜੇ ਕਿ 2 ਜ਼ਿਲ੍ਹਿਆਂ ਨੂੰ ਕਵਰ ਕਰਦੇ ਹਨ। ਇਸ ਤੋਂ ਜੇਕਰ ਇਸ ਤੋਂ ਇਲਾਵਾ ਕੋਈ ਬਾਹਰ ਵੀ ਅੱਗ ਲੱਗਦੀ ਹੈ ਤਾਂ ਉੱਥੇ ਵੀ ਅਸੀਂ ਜਾਂਦੇ ਹਾਂ। ਕਿਹੜੇ ਜ਼ਿਲ੍ਹੇ ਕਵਰ ਕਰ ਰਹੇ ਨੇ? ਤਰਨਤਾਰਨ, ਮਜੀਠਾ, ਅੰਮ੍ਰਿਤਸਰ। ਓਕੇ, ਕਿੰਨੀਆਂ ਕੁ ਗੱਡੀਆਂ ਆਪਣੇ ਕੋਲ ਹੈਗੀਆਂ ਨੇ, ਕਿੱਦਾਂ ਦੀ ਇਕਵਿਪਮੈਂਟ ਹੈਗੀ ਹੈ ਜਦੋਂ ਕੋਈ ਅਗਜ਼ਨੀ ਦੀ ਘਟਨਾ ਸਾਹਮਣੇ ਆਉਂਦੀ ਹੈ ਜਿਹੜੀ ਯੂਜ਼ ਕਰਦੇ ਹੋ ਤੁਸੀਂ? ਜੀ ਅੱਗ ਲੱਗੇ ਕੋਈ ਉਹਨੂੰ ਅਸੀਂ ਕਵਰ ਕਰਦੇ ਹਾਂ,
ਚਾਹੇ ਕੋਈ ਤੇਲ ਦੀ ਅੱਗ ਹੋਵੇ, ਪੈਟਰੋਲ ਪੰਪ ਦੀ ਹੋਵੇ, ਕਣਕ ਦੀ ਹੋਵੇ ਜਾਂ ਕੋਈ ਹੋਰ ਮਟੀਰੀਅਲ ਦੀ ਕਿਸ ਤਰ੍ਹਾਂ ਦੀ ਅੱਗ ਹੋਵੇ, ਉਹਨੂੰ ਅਸੀਂ ਸਾਡੇ ਕੋਲ ਸਾਰਾ ਸਾਜੋ ਸਮਾਨ ਉਸ ਨੂੰ ਬੁਝਾਉਣ ਦਾ ਹੈ। ਗੱਡੀਆਂ ਕਿੰਨੀਆਂ ਨੇ ਆਪਣੇ ਕੋਲ ਜਿਹੜੀਆਂ ਯੂਜ਼ ਕਰ ਰਹੇ ਹੋ? ਸਾਡੇ ਕੋਲ ਛੋਟੇ ਫਾਇਰ ਟੈਂਡਰ 4 ਹੈਗੇ, ਫਾਇਰ ਜੀਪਾਂ ਜਿਹੜੀਆਂ ਛੋਟੀਆਂ ਗਲੀਆਂ ਵਿੱਚ ਜਾ ਕੇ ਅਸੀਂ ਛੇਤੀ ਪਹੁੰਚ ਕੇ ਅੱਗ ਤੇ ਕਾਬੂ ਪਾ ਲੈਂਦੇ ਹਾਂ। ਵੱਡੇ ਫਾਇਰ ਟੈਂਡਰ 7 ਆ। ਅੱਛਾ ਸਰ, ਜਿੱਦਾਂ ਅੰਮ੍ਰਿਤਸਰ ਦਾ ਜਿਹੜਾ ਭੀੜ ਭੜੱਕੇ ਵਾਲਾ ਇਲਾਕਾ ਵਾ, ਇੱਧਰ ਗੋਲਡਨ ਟੈਂਪਲ ਵਾਲੀ ਸਾਈਡ ਦਾ ਹੌਲ ਬਾਜ਼ਾਰ ਇਲਾਕਾ, ਜਿੱਥੇ ਪਤਲੀਆਂ ਪਤਲੀਆਂ ਗਲੀਆਂ ਨੇ, ਪੁਰਾਣੇ ਮਕਾਨ ਬਣੇ ਹੋਏ ਨੇ, ਜਦੋਂ ਉਹਨਾਂ ਗਲੀਆਂ ਦੇ ਵਿੱਚ ਕਿਤੇ ਅੱਗ ਲੱਗਦੀ ਹੈ ਤੇ ਕਿੱਦਾਂ ਡੀਲ ਕਰਦੇ ਹੋ? ਕਿਹੜੀਆਂ ਮੁਸ਼ਕਿਲਾਤਾਂ ਇੱਧਰਲੇ ਬੰਨੇ ਆਉਂਦੀਆਂ ਨੇ ਤੁਹਾਨੂੰ? ਜਦੋਂ ਇਹਨਾਂ ਭੀੜੀਆਂ ਗਲੀਆਂ 'ਚ ਅੱਗ ਲੱਗਦੀ ਆ, ਸਭ ਤੋਂ ਪਹਿਲਾਂ ਤਾਂ ਸਾਨੂੰ ਸਭ ਤੋਂ ਜਿਹੜੀ ਵੱਡੀ ਮੁਸ਼ਕਿਲ ਆਉਂਦੀ ਆ ਪਬਲਿਕ ਦੀ, ਜਦੋਂ ਭੀੜ ਪਾ ਦਿੰਦੇ ਆ ਜਾਂ ਟ੍ਰੈਫਿਕ ਵਗੈਰਾ ਦੀ। ਸਾਡੀ ਤੇ ਅੱਗ ਤੱਕ ਪਹੁੰਚ ਹੋ ਜਾਵੇ ਤਾਂ ਅੱਗ ਜਿਹੜੀ ਛੇਤੀ ਬੁੱਝ ਜਾਂਦੀ ਆ। ਜੇਕਰ ਨਾ ਪਹੁੰਚ ਹੋਵੇ ਥੋੜ੍ਹੀ ਜਿਹੀ ਮੁਸ਼ਕਿਲ ਪੈਦਾ ਹੁੰਦੀ ਆ। ਫਿਰ ਛੋਟੀਆਂ ਗੱਡੀਆਂ ਜਿਹੜੀਆਂ ਫਾਇਰ ਜੀਪਾਂ ਅੱਗੇ ਲਾਈਆਂ ਜਾਂਦੀਆਂ, ਵੱਡੇ ਫਾਇਰ ਟੈਂਡਰ ਫਿਰ ਪਿੱਛੇ ਲਾਏ ਜਾਂਦੇ ਆ। ਉਸ ਨੂੰ ਪੈਪਾਂ ਜੋੜ ਕੇ ਅੱਗੇ ਪੈਪਾਂ ਜੋੜ ਕੇ ਅੱਗ ਤੱਕ ਪਹੁੰਚ ਕਰਕੇ ਅੱਗ ਨੂੰ ਬੁਝਾਇਆ ਜਾਂਦਾ। ਅੱਛਾ, ਮਤਲਬ ਜਿੰਨਾ ਅੰਦਰ ਉਹ ਡੀਪ ਹੋਊਗਾ ਉਹਨਾਂ ਤੁਹਾਡੇ ਕੋਲ ਸਾਜ਼ੋ ਸਾਮਾਨ ਹੁੰਦਾ ਹੈ ਕਿ ਤੁਸੀਂ ਉਹਨਾਂ ਪਾਈਪਾਂ ਜੋੜ ਕੇ ਉੱਥੇ ਤੱਕ ਪਹੁੰਚ ਕਰ ਸਕਦੇ ਹੋ? ਹਾਂਜੀ। ਅੱਛਾ ਸਰ, ਹਮੇਸ਼ਾ ਜਿਹੜਾ ਹੈ ਉਹ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਕੋਈ ਘਟਨਾ ਵਾਪਰਦੀ ਹੈ ਤੇ ਤੁਸੀਂ ਉੱਥੇ ਪਹੁੰਚਦੇ ਹੋ ਤੇ ਲੋਕਾਂ ਨੂੰ ਕਾਫੀ ਗੁੱਸਾ ਹੁੰਦਾ ਕਿ ਫਾਇਰ ਜੋ ਬ੍ਰਿਗੇਡ ਦੀਆਂ ਗੱਡੀਆਂ ਉਹ ਲੇਟ ਪਹੁੰਚੀਆਂ ਨੇ। ਤੁਸੀਂ ਇਸ ਸੰਬੰਧੀ ਕੀ ਕਹਿਣਾ ਚਾਹੋਗੇ? ਜਿਸ ਵੇਲੇ ਕੋਈ ਅੱਗ ਦੀ ਸੂਚਨਾ ਮਿਲਦੀ ਆ, ਉਸ ਵੇਲੇ ਨੋਟ ਕੀਤੀ ਜਾਂਦੀ ਆ, ਟਾਈਮ ਨੋਟ ਕੀਤਾ ਜਾਂਦਾ ਤੇ ਤੁਰੰਤ ਉਸੇ ਵੇਲੇ ਉਹਦਾ ਅਪਟਰ ਨੋਟ ਕੀਤਾ ਜਾਂਦਾ। ਕਦੀ ਵੀ ਫਾਇਰ ਬ੍ਰਿਗੇਡ ਲੇਟ ਨਹੀਂ ਪਹੁੰਚਦਾ, ਕਿਉਂਕਿ ਰਸਤੇ ਦੇ ਵਿੱਚ ਬੜੀਆਂ ਮੁਸ਼ਕਲਾਂ ਆਉਂਦੀਆਂ। ਮੁਸ਼ਕਲਾਂ ਇੰਨੀਆਂ ਆਉਂਦੀਆਂ ਕਿ ਅਸੀਂ ਉੱਥੇ ਜਿਹੜਾ ਜਿਸ ਦੀ ਅੱਗ ਲੱਗੀ ਹੁੰਦੀ ਆ ਉਹਨੂੰ ਇਹ ਹੁੰਦਾ ਕਿ ਬਹੁਤ ਛੇਤੀ ਬੰਦਾ ਇੱਥੇ ਪਹੁੰਚੇ, ਸਾਡਾ ਨੁਕਸਾਨ ਹੋ ਰਿਹਾ, ਤੇ ਸਾਨੂੰ ਇਹ ਛੇਤੀ ਹੁੰਦੀ ਹੈ ਵੀ ਅਸੀਂ ਅੱਗ ਤੇ ਉੱਥੇ ਜਾ ਕੇ ਪਹੁੰਚ ਕੇ ਉਹਨਾਂ ਦਾ ਬਚਾਓ ਕਰੀਏ। ਰਸਤੇ 'ਚ ਮੁਸ਼ਕਲਾਂ ਜਿਹੜੀਆਂ ਟ੍ਰੈਫਿਕ ਦੀਆਂ ਆਉਂਦੀਆਂ, ਲੋਕੀ ਲੰਘਣ ਨਹੀਂ ਦਿੰਦੇ, ਜਾ ਕੇ ਲਾਈਟਾਂ ਵਗੈਰਾ ਹੁੰਦੀਆਂ, ਬਹੁਤ ਜ਼ਿਆਦਾ ਭੀੜ ਲੱਗੀ ਹੁੰਦੀ ਆ। ਇਹੀ ਕਾਰਨ ਆ ਕਿ ਲੇਟ ਜਾਣਾ। ਸਿਰਫ ਪੰਜਾਬ ਹੀ ਨਹੀਂ ਬਲਕਿ ਹੋਰਨਾਂ ਸੂਬਿਆਂ ਦੇ ਵਿੱਚ ਵੀ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਨੇ। ਜੇ ਗੱਲ ਹਿਮਾਚਲ ਦੀ ਕੀਤੀ ਜਾਵੇ ਤਾਂ ਹਿਮਾਚਲ ਦੇ ਜੰਗਲਾਂ ਦੇ ਵਿੱਚ ਅਜਿਹੀਆਂ ਅੱਗ ਲੱਗਣ ਦੀਆਂ ਘਟਨਾਵਾਂ ਆਮ ਤੌਰ ਤੇ ਵਾਪਰਦੀਆਂ ਰਹਿੰਦੀਆਂ ਨੇ। ਬਿਹਾਰ ਦੇ ਵਿੱਚ ਵੀ ਅਜਿਹੀਆਂ ਘਟਨਾਵਾਂ ਵਾਪਰੀਆਂ, ਜਿਸ ਤੋਂ ਬਾਅਦ ਸਰਕਾਰ ਨੇ ਸਖਤ ਕਦਮ ਚੁੱਕਦਿਆਂ 6 ਵਜੇ ਤੋਂ ਲੈ ਕੇ 8 ਵਜੇ ਤੱਕ ਰਾਤ ਦੀ ਰੋਟੀ ਬਣਾਉਣ ਤੇ ਰੋਕ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਇਹ ਵੀ ਤਾਕੀਦ ਕੀਤੀ ਹੈ ਕਿ ਜੇਕਰ ਕੋਈ ਅਣਗਹਿਲੀ ਵਰਤੇਗਾ ਉਸ ਦੇ ਖਿਲਾਫ ਸਖਤ एक्शन लिया जाएगा। लगने वाली आग को लेकर हिमाचल में भी आंकड़े कुछ ज़्यादा अच्छे नहीं दिखाई देते। आलम यह है कि राज्य में करीब 8,200 स्क्वायर किलोमीटर का वन क्षेत्र है और इस वन क्षेत्र में 22% वन क्षेत्र ऐसा है जो वनों में लगने वाली आग के खतरे के बीच हर साल बना रहता है। राज्य के आम लोगों के साथ वन विभाग की नींद भी इस आगजनी के कारण हर साल जरूर उड़ती है, लेकिन सरकार और वन विभाग दावा जरूर करते हैं कि सैटेलाइट मॉनिटरिंग सिस्टम के जरिए और अपनी वन कमेटियां जो तकरीबन 693 के करीब राज्य के भीतर बनाई गई हैं, उनके जरिए इन वनों को आग को काबू जरूर किया गया है। बावजूद इसके वनों में लगने वाली आंकड़ा जो आग का है वो लगातार बढ़ता नजर आता है। साल दर साल ये आंकड़ा बढ़ता नजर आता है। ਗਰਮੀਆਂ ਸ਼ੁਰੂ ਹੁੰਦਿਆਂ ਹੀ ਹਿਮਾਚਲ ਪ੍ਰਦੇਸ਼ ਦੇ ਜੰਗਲਾਂ ਦੇ ਵਿੱਚ ਅੱਗ ਦੀ ਘਟਨਾਵਾਂ ਵੀ ਵੱਧ ਜਾਂਦੀਆਂ ਨੇ। ਹਾਲਾਤ ਇਹ ਹਨ ਕਿ ਸੂਬੇ ਦੇ ਮੈਦਾਨੀ ਇਲਾਕਿਆਂ ਦੇ ਵਿੱਚ ਜੰਗਲ ਤਾਂ ਅੱਗ ਦੀ ਚਪੇਟ ਵਿੱਚ ਆ ਹੀ ਰਹੇ ਨੇ, ਨਾਲ ਹੀ ਸ਼ਿਮਲਾ ਤੇ ਉਸਦੇ ਨੇੜੇ-ਤੇੜੇ ਦੇ ਜੰਗਲ ਵੀ ਅੱਗ ਨਾਲ ਸੁਲਗ ਰਹੇ ਨੇ। ਪਿਛਲੇ ਕਈ ਸਾਲਾਂ ਤੋਂ ਗਰਮੀ ਦੇ ਮੌਸਮ ਦੇ ਵਿੱਚ ਅੱਗ ਨੇ ਜੰਗਲਾਂ ਦੇ ਵਿੱਚ ਉਹ ਤਬਾਹੀ ਮਚਾਈ ਹੈ ਜਿਸ ਤੋਂ ਬਾਅਦ ਹੋਣ ਵਾਲੇ ਅਸਲ ਨੁਕਸਾਨ ਦਾ ਆਕਲਨ ਸਰਕਾਰ ਦੇ ਲਈ ਵੀ ਮੁਸ਼ਕਿਲ ਹੋ ਜਾਂਦਾ ਹੈ। ਲਿਹਾਜ਼ਾ ਹੁਣ ਅਜਿਹੀ ਘਟਨਾਵਾਂ ਤੇ ਨਜ਼ਰ ਰੱਖਣ ਦੇ ਲਈ ਸੈਟੇਲਾਈਟ ਸਿਸਟਮ ਦਾ ਸਹਾਰਾ ਲੈਣ ਦਾ ਫੈਸਲਾ ਲਿਆ ਗਿਆ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ। ਹਿਮਾਚਲ ਦੇ ਜੰਗਲਾਂ ਦੇ ਵਿੱਚ ਅੱਗ ਵਰਗੀਆਂ ਘਟਨਾਵਾਂ ਦੀ ਅਸਲ ਵਜ੍ਹਾ ਹੁਣ ਇੱਥੇ ਸਥਾਪਿਤ ਹੋਣ ਵਾਲੇ ਸੈਟੇਲਾਈਟ ਸਿਸਟਮਸ ਲੱਭਣਗੇ। ਦਰਅਸਲ ਸੂਬੇ ਦੇ ਵਿੱਚ ਹਰ ਸਾਲ ਗਰਮੀਆਂ ਤੇ ਅੱਗ ਲੱਗਣ ਦੀ ਵਜ੍ਹਾ ਨਾਲ ਕਰੋੜਾਂ ਰੁਪਏ ਦੀ ਜੰਗਲ ਦੀ ਪ੍ਰਾਪਰਟੀ ਨਸ਼ਟ ਹੋ ਜਾਂਦੀ ਹੈ। ਹੋਰ ਤਾਂ ਹੋਰ ਵੱਡੀ ਗਿਣਤੀ ਦੇ ਵਿੱਚ ਜੰਗਲੀ ਜੀਵ ਪ੍ਰਾਣੀ ਵੀ ਮਰ ਜਾਂਦੇ ਨੇ। ਇਹ ਅੱਗ ਚੀੜ ਤੇ ਜੰਗਲਾਂ ਦੇ ਵਿੱਚ ਤੇਜ਼ ਗਤੀ ਦੇ ਨਾਲ ਫੈਲਦੀ ਹੈ ਤੇ ਵੱਡੀ ਤਬਾਹੀ ਮਚਾਉਂਦੀ ਹੋਈ ਕਈ ਵਾਰ ਰਿਹਾਇਸ਼ੀ ਇਲਾਕੇ ਤੱਕ ਵੀ ਪਹੁੰਚ ਜਾਂਦੀ ਹੈ। ਜੰਗਲ ਦੇ ਵਿੱਚ ਅੱਗ ਲੱਗਣ ਦਾ ਸਿਲਸਿਲਾ ਹਰ ਗਰਮੀਆਂ ਦੇ ਵਿੱਚ ਜਾਰੀ ਰਹਿੰਦਾ ਹੈ। ਜ਼ਿਆਦਾਤਰ ਘਟਨਾਵਾਂ ਦੀ ਵਜ੍ਹਾ ਹਾਲੇ ਤੱਕ ਸਾਫ਼ ਨਹੀਂ ਹੋ ਪਾਈ ਹੈ। ਲਿਹਾਜ਼ਾ ਅੱਗ ਦੇ ਕਾਰਨਾਂ ਨੂੰ ਸਹੀ ਸਮੇਂ ਤੇ ਜਾਣਕਾਰੀ ਹਾਸਲ ਕਰਨ ਲਈ ਸੂਬੇ ਸਰਕਾਰ ਵੱਲੋਂ ਹੁਣ ਘਨੇ ਜੰਗਲਾਂ ਦੇ ਵਿੱਚ ਸੈਟੇਲਾਈਟ ਸਿਸਟਮ ਲਗਾਇਆ ਜਾ ਰਿਹਾ ਹੈ। ਇਹਨਾਂ ਸਿਸਟਮਸ ਰਾਹੀਂ ਅੱਗ ਲੱਗਣ ਦੇ ਕਾਰਨ ਤੇ ਜਾਣਕਾਰੀ ਦੋਵੇਂ ਹੀ ਹਾਸਲ ਹੋ ਸਕਣਗੀਆਂ। हमने सैटेलाइट सिस्टम जो है वो इंट्रोड्यूस किया है और उसके लिए मैसेज जो है वो फॉरेस्ट गार्ड तक पहुंच जाता है।
और फिर वो अलर्ट हो जाते हैं। और फायर के टाइम में हम जो है फायर वॉचर भी रखते हैं, और जो फायर को रोकने के लिए, कोई आगजनी की ऐसी दुर्घटना ना हो, उसको रोकने के लिए जो मीन्स एंड मेजर हैं उनको अपनाते हैं, और उसके तहत ये सारी कार्रवाई होती है। ऊपर तो आग लगाना पता नहीं कौन लगांदा ना, ते सानू डंगर वास्ते बड़ी मुश्किल होई, परेशान लेंदे असी गोहा करने वास्ते ना, ते अब डंगर नु बिल्कुल मुश्किल है, बड़ी मुसीबत है सानू, साडे घर नु भी खतरा हो सकदा है, हर साल यही हाल है। ਹਿਮਾਚਲ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਕੁੱਪ ਜੰਗਲ ਅੱਗ ਦੇ ਨਾਲ ਸੁਲਗ ਰਹੇ ਨੇ। ਜ਼ਿਆਦਾਤਰ ਮਾਮਲੇ ਪੇਂਡੂ ਇਲਾਕਿਆਂ ਦੇ ਨਾਲ ਲੱਗਦੇ ਜੰਗਲਾਂ ਦੇ ਹੀ ਸਾਹਮਣੇ ਆਉਂਦੇ ਨੇ। ਕਈ ਮਾਮਲਿਆਂ ਦੇ ਵਿੱਚ ਅਜਿਹਾ ਵੀ ਪਾਇਆ ਗਿਆ ਹੈ ਕਿ ਨਵੀਂ ਤੇ ਹਰੀ ਘਾਹ ਦੀ ਚਾਹ ਦੇ ਵਿੱਚ ਲੋਕ ਪੁਰਾਣੀ ਘਾਹ ਨੂੰ ਅੱਗ ਲਗਾ ਦਿੰਦੇ ਨੇ, ਜੋ ਭੜਕ ਕੇ ਜੰਗਲਾਂ ਤੱਕ ਪਹੁੰਚ ਜਾਂਦੀ ਹੈ ਤੇ ਉਸ ਦੀ ਚਪੇਟ ਦੇ ਵਿੱਚ ਹਜ਼ਾਰਾਂ ਹਰੇ ਭਰੇ ਪੇੜ ਤੇ ਜੀਵ ਜੰਤੂ ਝੁਲਸ ਜਾਂਦੇ ਨੇ। ਅਜਿਹੀ ਘਟਨਾ ਤੇ ਲਗਾਮ ਲਗਾਉਣ ਦੇ ਲਈ ਸਰਕਾਰ ਨੇ ਲੋਕਾਂ ਤੇ ਸਖਤੀ ਵਰਤਦੇ ਹੋਇਆਂ ਕਾਨੂੰਨ ਵੀ ਬਣਾਇਆ, ਪਰ ਇਹ ਕਾਨੂੰਨ ਹਾਲੇ ਤੱਕ ਸਹੀ ਰੂਪ ਦੇ ਵਿੱਚ ਲਾਗੂ ਨਹੀਂ ਕੀਤਾ ਜਾ ਸਕਿਆ। ਖੈਰ, ਹੁਣ ਵਨ ਵਿਭਾਗ ਇਸ ਗੱਲ ਨੂੰ ਲੈ ਕੇ ਜਿੱਥੇ ਲੋਕਾਂ ਨੂੰ ਜਾਗਰੂਕ ਕਰ ਰਿਹਾ ਹੈ, ਉੱਥੇ ਹੀ ਉਸ ਨੂੰ ਇਹ ਉਮੀਦ ਵੀ ਬਣੀ ਹੈ ਕਿ ਸੈਟੇਲਾਈਟ ਦੇ ਰਾਹੀਂ ਉਹ ਅੱਗ ਨੂੰ ਕੰਟਰੋਲ ਕਰਨ ਦੇ ਵਿੱਚ ਕਾਮਯਾਬ ਹੋਣਗੇ। होने वाली आग को लेकर राज्य सरकार ने सैटेलाइट ट्रैकिंग सिस्टम के जरिए एक नई पहल तो जरूर की है। सरकार के दावे भी बड़े हैं। सरकार कहती है कि उसने वन कमेटियां बनाई हैं, 623 के करीब ऐसी वन कमेटियां हैं जो इन आगजनी की घटनाओं पर विभाग से अलग नज़र रखती हैं। 5,000 से 10,000 रुपये का इनके लिए जो मॉनिटरिंग खर्चा जो कमेटियों को है वो देने का बढ़ाया गया है। जन जागरूकता की गई है, लेकिन बावजूद इसके राज्य के भीतर आज भी बिलासपुर एक ऐसा बड़ा जिला है जहां पर आगजनी की सबसे ज़्यादा घटनाएं होती हैं। बिलासपुर के बाद अगर बात करें तो 5 अन्य ऐसे जिले हैं जिनमें चीड़ के वन संपदा के कारण आगजनी की घटनाएं हिमाचल में कम होने का नाम नहीं ले रही। सोलन, शिमला, सिरमौर और मंडी के इन जिलों के साथ राज्य सरकार के दावों की अगर बात करें तो एक तरफ सरकार का दावा है और दूसरी तरफ राज्य में वनों में लगने वाली आग का वो आंकड़ा जो कहीं कम होने का नाम नहीं ले रहा। ਸੋ ਪੁੱਤਾਂ ਵਾਂਗ ਪਾਲੀ ਫਸਲ ਜਦੋਂ ਇਸ ਤਰ੍ਹਾਂ ਅੱਗ ਦੀ ਸ਼ਿਕਾਰ ਹੋ ਜਾਂਦੀ ਹੈ ਤਾਂ ਅਸੀਂ ਸਮਝ ਸਕਦੇ ਹਾਂ ਕਿ ਕਿਸਾਨ ਦੇ ਦਿਲ ਤੇ ਕੀ ਬੀਤਦੀ ਹੋਵੇਗੀ। ਜਿੱਥੇ ਆਰਥਿਕ ਨੁਕਸਾਨ ਤਾਂ ਉਸ ਦਾ ਹੁੰਦਾ ਹੀ ਹੁੰਦਾ, ਪਰ ਮਾਨਸਿਕ ਤੌਰ ਤੇ ਵੀ ਕਿਸਾਨ ਬੁਰੀ ਤਰ੍ਹਾਂ ਟੁੱਟ ਜਾਂਦਾ ਹੈ। ਸੋ ਸਾਡੀ ਇਹੀ ਅਪੀਲ ਹੈ ਕਿ ਸਾਰੀਆਂ ਸਾਵਧਾਨੀਆਂ ਨੂੰ ਜ਼ਰੂਰ ਵਰਤੋ। ਜੇਕਰ ਕਿਸੇ ਵੀ ਖੇਤ ਦੇ ਵਿੱਚ ਢਿੱਲੀਆਂ ਤਾਰਾਂ ਨਿਕਲਦੀਆਂ ਨੇ ਤਾਂ ਉਸ ਨੂੰ ਕੱਸਣ ਦੇ ਲਈ ਬਿਜਲੀ ਮਹਿਕਮੇ ਨਾਲ ਸੰਪਰਕ ਕੀਤਾ ਜਾਏ। ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇਨ ਬਿਨ ਪਾਲਣਾ ਕੀਤੀ ਜਾਏ। ਨਾੜ ਨੂੰ ਬਿਲਕੁਲ ਅੱਗ ਨਾ ਲਗਾਈ ਜਾਏ ਔਰ ਨਾਲ ਹੀ ਅਸੀਂ ਇਹ ਵੀ ਕਹਾਂਗੇ ਕਿ ਫਾਇਰ ਬ੍ਰਿਗੇਡ ਨਾਲ ਰਾਬਤਾ ਕਾਇਮ ਕਰਕੇ ਰੱਖਿਆ ਜਾਏ। ਇਸ ਸਾਡੀ ਖਾਸ ਪੇਸ਼ਕਸ਼। ਦੇਸ਼ ਦੁਨੀਆ ਦੀ ਬਾਕੀ ਖਬਰਾਂ ਲਈ ਬਣੇ ਰਹੋ PTC ਨਿਊਜ਼ ਦੇ ਨਾਲ। ਧੰਨਵਾਦ।